ਮੋਰਨਿੰਗ ਸਟੂਡੈਂਟਸ, ਆਪਾਂ ਕਰ ਰਹੇ ਸੀ ਨਾਟਕ ਝਣਾ ਦੇ ਪਾਣੀ ਅਜਮੇਰ ਸਿੰਘ ਔਲਖ ਦਾ। ਤਾਂ ਪਿਛਲੇ ਲੈਕਚਰ ਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਝਣਾ ਦੇ ਪਾਣੀ ਨਾਟਕ ਅਜਮੇਰ ਸਿੰਘ ਔਲਖ ਦਾ ਵਿਸ਼ਾ ਕੀ ਹੈ। ਤਾਂ ਇਸ ਨਾਟਕ ਦਾ ਵਿਸ਼ਾ ਮਨੁੱਖੀ ਜੀਵਨ ਵਿੱਚ ਤੀਵੀਂ ਦੀ ਭੁੱਖ ਅਤੇ ਆਪਣਾ ਘਰ ਵਸਾਉਣ ਦੀ ਇੱਛਾ ਦੇ ਨਾਲ ਨਾਲ ਪੰਜਾਬ ਦੇ ਪੇਂਡੂ ਸਮਾਜ ਵਿੱਚ ਮੁੱਲ ਦੀ ਤੀਵੀਂ ਦਾ ਕਿਹੋ ਜਿਹਾ ਸਥਾਨ ਹੈ ਅਤੇ ਉਹ ਇਸ ਨਾਟਕ ਦਾ ਵਿਸ਼ਾ ਹੈ। ਤਾਂ ਆਪਾਂ ਅੱਜ ਇਸ ਨਾਟਕ ਦਾ ਜਿਹੜਾ ਸੰਖੇਪ ਸਾਰ ਹੈ ਉਹ ਪੜ੍ਹਨਾ ਹੈ। ਤਾਂ ਇਸ ਨਾਟਕ ਦੇ ਵਿੱਚ ਜਿਹੜਾ ਭੰਤੀ ਹੈ ਉਹ ਗਰੀਬੀ ਅਤੇ ਵੈਲਾਂ ਦੇ ਕਾਰਨ ਜ਼ਮੀਨ ਜਾਇਦਾਦ ਵੇਚ ਚੁੱਕਾ ਹੈ ਅਤੇ ਉਸਨੇ ਭੈਣ ਦੇ ਵਿਆਹ ਦੇ ਉੱਤੇ ਜੱਗੇ ਜੁਗਤੀ ਤੋਂ ਕਰਜ਼ਾ ਲਿਆ ਹੁੰਦਾ ਅਤੇ ਜਿਸ ਦੇ ਵਿੱਚ ਉਸਨੇ ਉਸ ਦੀਆਂ 40 ਭੇਡਾਂ ਅਧਿਆਰੇ 'ਤੇ ਲੈ ਲੈਂਦਾ ਅਤੇ ਹੁਣ ਉਹ ਝੌਂਪੜੀ ਵਿੱਚ ਰਹਿਣ ਵਾਲਾ ਭੰਤੀ ਭੇਡਾਂ ਵਾਲਾ ਅਖਵਾਉਂਦਾ ਹੈ। ਪਰ ਕੀ ਹੈ, ਉਹ ਆਪਣੀ ਅੰਦਰਲੀ ਭੁੱਖ ਮਿਟਾਉਣ ਦੇ ਲਈ ਅਤੇ ਆਪਣਾ ਘਰ ਵਸਾਉਣ ਦੇ ਲਈ ਵਿਹਾਰ ਤੋਂ ਗੰਗਾ ਨਾਂ ਦੀ ਇੱਕ ਸੁੰਦਰ ਮੁਟਿਆਰ ਨੂੰ ਖਰੀਦ ਕੇ ਲੈ ਆਉਂਦਾ। ਤਾਂ 18 ਸਾਲ ਦੀ ਗੰਗਾ ਨੂੰ ਘਰ ਲਿਆ ਕੇ ਕਾਵਿਕ ਰੁਚੀਆਂ ਵਾਲਾ 40 ਸਾਲਾ ਭੰਤੀ ਤਾਂ ਇਹ 40 ਸਾਲਾ ਭੰਤੀ ਹੈ ਜਿਹੜਾ ਉਹ ਬਹੁਤ ਖੁਸ਼ ਸੀ। ਉਹ ਉਸਦੀ ਸੁੰਦਰਤਾ 'ਤੇ ਮੋਹਿਤ ਹੋਇਆ ਰਹਿੰਦਾ ਅਤੇ ਉਸਨੂੰ ਬੜੇ ਪਿਆਰ ਦੇ ਭਾਵ ਨਾਲ ਆਪਣਾ ਦੇਸ਼ ਭੁੱਲ ਕੇ ਹੁਣ ਇੱਥੇ ਹੀ ਲਾਉਣ ਦੇ ਲਈ ਉਸਨੂੰ ਕਹਿ ਰਿਹਾ ਹੈ ਅਤੇ ਨਾਲ ਹੀ ਉਸ ਨੂੰ ਪੰਜਾਬੀ ਪਹਿਰਾਵਾ ਪਾਉਣ ਦੇ ਲਈ ਸਿਖਾ ਰਿਹਾ ਹੈ। ਤਾਂ ਕਿਸ ਤਰ੍ਹਾਂ ਉਸ ਨੂੰ ਪੰਜਾਬੀ ਸੂਟ ਪਾਉਣ ਦੇ ਲਈ ਦਿੰਦਾ ਹੈ। ਤਾਂ ਜਦੋਂ ਗੰਗਾ ਉਹ ਪੰਜਾਬੀ ਸੂਟ ਹੈ ਜਿਹੜਾ ਉਹ ਬੇਤੁਕੇ ਢੰਗ ਨਾਲ ਪਾ ਕੇ ਆਉਂਦੀ ਹੈ ਤਾਂ ਉਸਨੂੰ ਕਿਸ ਤਰ੍ਹਾਂ ਉਹ ਪੰਜਾਬੀ ਸੂਟ ਹੈ ਉਹ ਪਾਉਣਾ ਸਿਖਾਉਂਦਾ ਹੈ। ਤਾਂ ਗੰਗਾ ਕੱਪੜੇ ਪਾ ਕੇ ਬਾਹਰ ਆਉਂਦੀ ਹੈ ਪਰ ਉਸ ਦੁਆਰਾ ਕੁੜਤੀ ਉੱਤੇ ਗਰਾਰਾ ਬੰਨ੍ਹਿਆ ਅਤੇ ਚੁੰਨੀ ਲੱਕ ਦੁਆਲੇ ਬੰਨੀ ਦੇ ਕੇ ਭੰਤੀ ਹਾਸਾ ਰੋਕ ਕੇ ਉਸਦੇ ਕੱਪੜੇ ਠੀਕ ਕਰਦਾ ਅਤੇ ਉਸਨੂੰ ਪੰਜਾਬੀ ਜੁੱਤੀ ਪਾਉਂਦਾ ਹੈ। ਤਾਂ ਉਹ ਵਿਹਾਰ ਤੋਂ ਆਈ ਹੋਣ ਕਾਰਨ ਉਸਨੂੰ ਪੰਜਾਬੀ ਸੂਟ ਪਾਉਣ ਦਾ ਤੌਰ ਤਰੀਕਾ ਜਿਹੜਾ ਉਹ ਨਹੀਂ ਆਉਂਦਾ ਅਤੇ ਭੰਤੀ ਉਸਨੂੰ ਸਿਖਾਉਂਦਾ ਹੈ। ਤਾਂ ਉਹ ਜਦੋਂ ਕੱਪੜੇ ਪਾ ਕੇ ਬਾਹਰ ਆਉਂਦੀ ਹੈ ਤਾਂ 2-3 ਪੰਜਾਬੀ ਮੁੰਡੇ ਨੇ ਜਿਹੜੇ ਉਹ ਉਸ 'ਤੇ ਹੱਸਦੇ ਵੀ ਨੇ। ਤਾਂ ਇੰਨੇ ਨੂੰ ਜੱਗੇ ਜੁਗਤੀ ਦੀ ਪਤਨੀ ਬਲਵੀਰੋ ਆਉਂਦੀ ਹੈ ਅਤੇ ਭੰਤੀ ਦੀ ਪਤਨੀ ਦੀ ਸੁੰਦਰਤਾ ਦੀ ਤਾਰੀਫ ਕਰਦੀ ਹੋਈ ਉਹ ਉਸਨੂੰ ਭੰਤੀ ਨੂੰ ਕਹਿ ਰਹੀ ਹੈ ਕਿ ਤੇਰੀ ਜਿਹੜੀ ਕਵੀਸਰੀ ਹੈ ਉਸ ਦੇ ਨਾਲ ਮਕਾਨ ਨਹੀਂ ਉਸਰਨਗੇ, ਤੂੰ ਕਰਜਈ ਹੋਇਆ ਹੈ ਤਾਂ ਇਸ ਨੂੰ ਭੁੱਖੀ ਮਾਰ ਦੇਵੇਂਗਾ। ਤਾਂ ਇਹ ਵੀ ਕਹਿੰਦੀ ਹੈ ਕਿ ਉਹ ਜ਼ਮੀਨ ਜਾਇਦਾਦ ਤਾਂ ਵੇਚ ਚੁੱਕਾ, ਇਸ ਕਰਕੇ ਉਹ ਜੱਟ ਨਹੀਂ ਸਗੋਂ ਭੇਡਾਂ ਚਾਰਨ ਵਾਲਾ ਹੈ। ਤਾਂ ਜਿਹੜਾ ਭੰਤੀ ਹੈ ਉਹ ਉਸ ਨੂੰ ਬਲਵੀਰੋ ਨੂੰ ਕਹਿ ਰਿਹਾ ਹੈ ਕਿ ਜ਼ਮੀਨ ਜਾਇਦਾਦ ਵੇਚਣ ਨਾਲ ਬੰਦੇ ਦੀ ਜਿਹੜੀ ਜਾਤ ਬਰਾਦਰੀ ਹੈ ਉਹ ਨਹੀਂ ਬਦਲ ਸਕਦੀ। ਤਾਂ ਇਸ ਤਰ੍ਹਾਂ ਉਹ ਉਸ ਨੂੰ ਕਹਿੰਦੀ ਹੈ ਕਿ ਹੁਣ ਤੂੰ ਇਸ ਦਾ ਨਾਮ ਹੈ ਜਿਹੜਾ ਉਹ ਆਪਣੇ ਸਿੱਖ ਭਾਈਚਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਢਾ ਕੇ ਆਪਣੇ ਭਾਈਚਾਰੇ ਵਾਲਾ ਨਾਮ ਰਖਾਵੇ ਕਿਉਂਕਿ ਉਸਦਾ ਨਾਮ ਸੋਹਣਾ ਨਹੀਂ। ਤਾਂ ਇਸ ਤਰ੍ਹਾਂ ਉਹ ਇੰਨੇ ਨੂੰ ਉਸਦਾ ਸਿੱਧੜ ਪੁੱਤਰ ਦਰਸ਼ਨ ਆ ਜਾਂਦਾ ਹੈ ਜਿਸ ਨੂੰ ਕੋਈ ਆਪਣੀ ਧੀ ਨਹੀਂ ਸੀ ਦਿੰਦਾ ਅਤੇ ਗੱਲਾਂ ਵਿੱਚ ਉਹ ਜ਼ਾਹਰ ਕਰਦੀ ਹੈ ਕਿ ਉਹ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਗੰਗਾ ਉਸਦੇ ਪੁੱਤਰ ਦਰਸ਼ਨ ਦੀ ਬਹੂ ਬਣ ਜਾਵੇ ਅਤੇ ਉਹ ਸਮਝਦੀ ਹੈ ਕਿ ਇਹ ਸੰਭਵ ਵੀ ਹੈ ਕਿਉਂਕਿ ਭੰਤੀ ਨੇ ਜੱਗੇ ਜੁਗਤੀ ਭਾਵ ਜਿਹੜਾ ਬਲਵੀਰੋ ਦਾ ਪਤੀ ਹੈ ਉਸ ਤੋਂ ਬਹੁਤ ਕਰਜ਼ਾ ਲਿਆ ਹੁੰਦਾ ਹੈ। ਤਾਂ ਉਹਨਾਂ ਨੂੰ ਪਤਾ ਹੈ ਕਿ ਹੁਣ ਇਹ ਕਰਜ਼ਾ ਨਹੀਂ ਮੋੜ ਸਕਦਾ ਤਾਂ ਇਸ ਬਦਲੇ ਦੇ ਵਿੱਚ ਉਹ ਉਸ ਗੰਗਾ ਨੂੰ ਲਿਜਾ ਸਕਦੇ ਸੀ। ਤਾਂ ਜਦੋਂ ਜੱਗਾ ਜੁਗਤੀ ਭੰਤੀ ਦੇ ਘਰ ਜਾਂਦਾ ਹੈ ਤਾਂ ਗੰਗਾ ਦੀ ਖੂਬਸੂਰਤੀ ਦੇਖ ਕੇ ਉਹ ਵੀ ਜਿਹੜਾ ਦੰਗ ਰਹਿ ਜਾਂਦਾ ਹੈ। ਤਾਂ ਉਸ ਨੂੰ ਆਪਣੇ ਘਰ ਦਰਸ਼ਨ ਦੀ ਬਹੂ ਦੇ ਰੂਪ ਵਿੱਚ ਲਿਜਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਹੈ। ਤਾਂ ਇਸ ਕਰਕੇ ਉਹ ਭੰਤੀ ਨੂੰ ਗੰਗਾ ਦੀਆਂ ਨਜ਼ਰਾਂ ਦੇ ਵਿੱਚ ਡੇਗਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਸ ਦੇ ਲਈ ਬੜੇ ਹੀ ਤਿਰਸਕਾਰ ਅਤੇ ਅਪਮਾਨ ਭਰੇ ਸ਼ਬਦ ਵਰਤਦਾ ਜਿਵੇਂ ਅਮਲੀ, ਲੰਗੜਦੀਨ, ਮਤਲਬ ਖੋਰ, ਤਲੰਗਾ ਅਤੇ ਭੰਤੀ ਭੇਡਾਂ ਵਾਲਾ। ਅਤੇ ਇਸ ਤੋਂ ਇਲਾਵਾ ਜਿਹੜਾ ਉਸਨੇ ਉਸਨੂੰ ਕਰਜ਼ਾ ਦਿਆ ਹੁੰਦਾ ਹੈ ਤਾਂ ਉਸ ਕਰਜ਼ੇ ਬਾਰੇ ਵੀ ਉਸ ਨੂੰ ਟੋਕਦਾ ਹੈ, ਉਸਦਾ ਅਪਮਾਨ ਕਰਦਾ ਹੈ ਕਿ ਤੂੰ ਕਿਸ ਤਰ੍ਹਾਂ ਕਿੰਨੇ ਸਮੇਂ ਲਈ ਉਸ ਤੋਂ ਕਰਜ਼ਾ ਲਿਆ ਸੀ ਅਤੇ ਹੁਣ ਉਹ ਕਰਜ਼ਾ ਨਹੀਂ ਮੋੜ ਸਕਦਾ ਕਿਉਂਕਿ ਉਸ ਕੋਲ ਹੁਣ ਪੈਸੇ ਵੀ ਨਹੀਂ। ਤਾਂ ਉਹ ਉਸ ਨੂੰ ਧਮਕੀ ਵੀ ਦਿੰਦਾ ਹੈ ਕਿ ਹੁਣ ਤੇਰੇ ਕੋਲ ਕੇਵਲ ਭੇਡਾਂ ਨਾਲ ਜਿਹੜਾ ਇਹ ਕਰਜ਼ਾ ਤੂੰ ਨਹੀਂ ਉਤਾਰ ਸਕਦਾ ਕਿਉਂਕਿ ਭੇਡਾਂ ਵੀ ਤੇਰੇ ਕੋਲ ਅਧਿਆਰੇ 'ਚ ਨੇ। ਤਾਂ ਉਸ ਭੇਡਾਂ ਤੋਂ ਜਿਹੜੀ ਆਮਦਨ ਹੁੰਦੀ ਹੈ ਉਹ ਅੱਧੀ ਮੇਰੀ ਹੁੰਦੀ ਹੈ। ਤਾਂ ਉਸ ਅੱਧੀ ਆਮਦਨ ਨਾਲ
ਨਾਲ ਤੂੰ ਮੇਰਾ ਕਰਜ਼ਾ ਹੈ ਜਿਹੜਾ ਉਹ ਨਹੀਂ ਮੋੜ ਸਕਦਾ। ਤਾਂ ਇਸ ਸਮੇਂ ਉਹ ਉਸ ਨੂੰ ਬੜੇ ਹੀ ਸਖਤੀ ਦੇ ਨਾਲ ਕਹਿ ਕੇ ਜਾਂਦਾ ਹੈ ਕਿ ਉਹ ਇਸ ਸਮੇਂ ਤੱਕ ਮੇਰਾ ਕਰਜ਼ਾ ਹੈ ਜਿਹੜਾ ਉਹ ਵਾਪਸ ਕਰ ਦੇਵੇ। ਤਾਂ ਜਦੋਂ ਉਹ ਉਸ ਦਾ ਕਰਜ਼ਾ ਨਹੀਂ ਮੋੜ ਸਕਦਾ ਤਾਂ ਨਾਲ ਹੀ ਉਹ ਉਸ ਨੂੰ ਕਹਿੰਦਾ ਕਿ ਤੂੰ ਭੇਡਾਂ ਵੀ ਚੰਗੀ ਤਰ੍ਹਾਂ ਨਹੀਂ ਚਾਰਦਾ ਅਤੇ ਇਸ ਕਰਕੇ ਉਸ ਦੀਆਂ ਭੇਡਾਂ ਵਾਪਸ ਕਰ ਦੇਵੇ। ਤਾਂ ਭੇਡਾਂ ਵੀ ਵਾਪਸ ਲੈ ਲੈਂਦਾ। ਤਾਂ ਇਹ ਸੁਣ ਕੇ ਭੰਤੀ ਘਬਰਾ ਜਾਂਦਾ ਅਤੇ ਫਿਰ ਕਹਿੰਦਾ ਕਿ ਉਹ ਸਾਉਣ ਭਾਦੋ ਤਾਈਂ ਧਰਵਾਸ ਕਰੇ ਕਿ ਉਸ ਤੋਂ ਤੱਕ ਮੈਂ ਮਤਲਬ ਕਿ ਉਸ ਦਾ ਕਰਜ਼ਾ ਮੋੜ ਦਊਂਗਾ। ਤਾਂ ਜੇ ਵੀ ਨਾ ਮੋੜ ਸਕਿਆ ਤਾਂ ਉਸਦਾ ਜਿਵੇਂ ਜੀ ਕਰੇ ਕਰ ਲਵੇ, ਕਿਉਂਕਿ ਜੱਗਾ ਜੁਗਤੀ ਸਮਝ ਗਿਆ ਸੀ ਕਿ ਇਹ ਕਿਸ ਕਹਿਣਾ ਕੀ ਚਾਹੁੰਦਾ, ਕਿਉਂਕਿ ਉਸ ਕੋਲ ਹੁਣ ਇਕੱਲੀ ਗੰਗਾ ਹੀ ਸੀ ਜਿਸ ਦੇ ਨਾਲ ਉਹ ਆਪਣਾ ਕਰਜ਼ਾ ਉਤਾਰ ਸਕਦਾ ਸੀ। ਤਾਂ ਇਸ ਸਮੇਂ ਜੱਗੇ ਜੁਗਤੀ ਦਾ ਸਿੱਧੜ ਪੁੱਤਰ ਦਰਸ਼ਨ ਕਹਿੰਦਾ ਹੈ ਕਿ ਫਿਰ ਉਹ ਉਸ ਦੀ ਪਤਨੀ ਗੰਗਾ ਨੂੰ ਆਪਣੇ ਘਰ ਲੈ ਜਾਣਗੇ। ਭੰਤੀ ਦੇ ਇਹ ਕਹਿਣ 'ਤੇ ਕਿ ਜਿਵੇਂ ਉਸਦਾ ਜੀ ਕਰੇ ਕਰ ਲਵੇ, ਜੱਗੇ ਜੁਗਤੀ ਦੀ ਤਸੱਲੀ ਹੋ ਜਾਂਦੀ ਹੈ। ਤਾਂ ਗੰਗਾ ਦਾ ਨਾਂ ਹੁਣ ਹਰਬੰਸ ਕੌਰ ਹੋ ਚੁੱਕਾ ਹੈ। ਉਹ ਗੁਰਦੁਆਰੇ ਜਾਂਦੀ ਹੈ ਅਤੇ ਉਹ ਗਰਭਵਤੀ ਹੈ ਅਤੇ ਭੰਤੀ ਦੇ ਪੁੱਛਣ 'ਤੇ ਉਹ ਦੱਸਦੀ ਹੈ ਕਿ ਉਸਨੇ ਗੁਰਦੁਆਰੇ ਜਾ ਕੇ ਬਾਲਕ ਜਾਂ ਬਾਲਿਕਾ ਨਹੀਂ ਸਗੋਂ ਆਪਣੇ ਲਈ ਪੱਕਾ ਟਿਕਾਣਾ ਮੰਗਿਆ ਸੀ, ਕਿਉਂਕਿ ਉਹ ਹੁਣ ਇੱਥੋਂ ਕਿਤੇ ਨਹੀਂ ਜਾਣਾ ਚਾਹੁੰਦੀ ਸੀ। ਤਾਂ ਭੰਤੀ ਉਸ ਨੂੰ ਵਿਸ਼ਵਾਸ ਵੀ ਦਿਵਾਉਂਦਾ ਹੈ ਕਿ ਹੁਣ ਉਹ ਇੱਥੇ ਹੀ ਰਹੇਗੀ। ਪਰ ਭੰਤੀ ਜਦੋਂ ਘੜਾ ਚੁੱਕ ਕੇ ਪਾਣੀ ਲੈਣ ਚਲਾ ਜਾਂਦਾ ਹੈ ਤਾਂ ਉਸ ਦੇ ਪਿੱਛੋਂ ਬਲਵੀਰ ਆ ਕੇ ਗੰਗਾ ਨੂੰ ਕਹਿੰਦੀ ਹੈ ਕਿ ਸਾਰੇ ਪਿੰਡ ਵਿੱਚ ਰੌਲਾ ਪਿਆ ਹੋਇਆ ਹੈ ਕਿ ਭੰਤੀ ਉਸ ਨੂੰ ਅਗਾਂਹ ਨਰੰਗੇ ਨੌਧੜ ਕੋਲ ਵੇਚਣ ਦੀ ਤਿਆਰੀ ਕਰ ਰਿਹਾ ਹੈ, ਜਿਹੜਾ ਕਿ ਤੀਵੀਆਂ ਵੇਚਣ ਦਾ ਕੰਮ ਕਰਦਾ ਹੈ। ਤਾਂ ਉਸ ਨੂੰ ਦੱਸਦੀ ਹੈ ਕਿ ਭੰਤੀ ਥਾਂ ਥਾਂ ਦਾ ਕਰਜ਼ਈ ਹੋਇਆ ਉਸਨੇ ਉਸ ਦਾ ਕਰਜ਼ਾ ਦੇਣਾ ਹੈ ਤਾਂ ਉਹ ਵੀ ਉਸ ਕੋਲੇ ਜਿਹੜਾ ਸਾਡਾ ਕਰਜ਼ਾ ਉਸਨੇ ਦੇਣਾ ਉਸ ਦਾ ਵੀ ਭਾਦੋਂ ਦਾ ਇਕਰਾਰ ਹੈ। ਤਾਂ ਇਸ ਤਰ੍ਹਾਂ ਉਹ ਉਸ ਨੂੰ ਕਹਿ ਰਹੀ ਹੈ ਕਿ ਉਸਨੇ ਤਾਂ ਆਪਣੇ ਪਤੀ ਨੂੰ ਉਸ 'ਤੇ ਮੂੰਹ ਕਰਕੇ ਰੋਕਿਆ ਹੋਇਆ। ਗੰਗਾ ਕਹਿੰਦੀ ਹੈ ਕਿ ਉਸ ਨੂੰ ਕਿਉਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ। ਤਾਂ ਬਲਵੀਰੋ ਕਹਿੰਦੀ ਹੈ ਕਿ ਉਹ ਅਵਾਲਾ ਬੇਸਹਾਰਾ ਅਤੇ ਮੰਡੀ ਵਿੱਚ ਵਿਕਣ ਵਾਲਾ ਮਾਲ ਹੈ, ਪਰ ਉਹ ਇਸ ਨੂੰ ਇਸ ਤਰ੍ਹਾਂ ਥਾਂ ਨਹੀਂ ਵਿਕਣ ਦੇਵੇਗੀ, ਸਗੋਂ ਉਸ ਨੂੰ ਆਪਣੇ ਘਰ ਆਪਣੀ ਨੂੰਹ ਬਣਾ ਕੇ ਲੈ ਜਾਵੇਗੀ। ਇਸ ਨਾਲ ਉਹ ਭੰਤੀ ਦਾ ਕਰਜ਼ਾ ਖਤਮ ਕਰਕੇ ਅਤੇ ਨਾਲ ਹੋਰ ਪੈਸੇ ਵੀ ਦੇ ਦੇਣਗੇ। ਤਾਂ ਜਿਹੜੀ ਗੱਲ ਉਹ ਕਹਿਣਾ ਚਾਹੁੰਦੀ ਹੈ ਉਹ ਉਸ ਨੂੰ ਕਹਿ ਦਿੰਦੀ ਹੈ। ਤਾਂ ਇੰਨੇ ਨੂੰ ਭੰਤੀ ਨੂੰ ਖਬਰ ਮਿਲਦੀ ਹੈ ਕਿ ਉਸ ਦੀਆਂ 15 ਭੇਡਾਂ ਚੋਰੀ ਹੋ ਗਈਆਂ, ਜਿਸ ਨਾਲ ਉਸਦੇ ਕਰਜ਼ੇ ਦਾ ਸੰਕਟ ਹੋਰ ਡੂੰਘਾ ਹੋ ਜਾਂਦਾ ਹੈ। ਤਾਂ ਹੁਣ ਭੰਤੀ ਕੋਲੇ ਹੋਰ ਕੋਈ ਰਾਹ ਹੀ ਨਹੀਂ ਰਹਿ ਸਕਦਾ, ਕਿਉਂਕਿ ਉਸਨੇ ਜੱਗੇ ਜੁਗਤੀ ਦਾ ਕਰਜ਼ਾ ਵੀ ਦੇਣਾ ਹੁੰਦਾ ਹੈ। ਤਾਂ ਇਸ ਤਰ੍ਹਾਂ ਭੰਤੀ ਕਹਿੰਦਾ ਕਿ ਉਸ ਅੱਗੇ ਤੀਵੀਂ ਵੇਚਣ ਤੋਂ ਇਲਾਵਾ ਹੁਣ ਕੋਈ ਰਾਹ ਨਹੀਂ, ਕਿਉਂਕਿ ਉਸਨੇ ਜੋ ਭੈਣ ਦੇ ਵਿਆਹ 'ਤੇ ਕਰਜ਼ਾ ਲਿਆ ਸੀ ਜਾਂ ਤੀਵੀਂ ਲਿਆਉਣ ਦੇ ਲਈ, ਜਾਂ ਫਿਰ ਜਦੋਂ ਉਸਨੇ ਜਣੇਪਾ ਦੇ ਕਰਜ਼ੇ ਤੋਂ ਮਗਰੋਂ ਭੇਡਾਂ ਦੇ ਚੋਰੀ ਹੋਣ ਨਾਲ ਉਸਦੀ ਹਾਲਤ ਬਹੁਤ ਖਰਾਬ ਹੋ ਗਈ। ਤਾਂ ਉਹ ਕਹਿੰਦਾ ਹੈ ਕਿ ਦੁਨੀਆ ਨੇ ਉਸ ਨੂੰ ਤੀਵੀਂ ਰੱਖਣ ਜੋਗਾ ਨਹੀਂ ਛੱਡਿਆ। ਤਾਂ ਉਹ ਪਰਸੋਂ ਨੂੰ ਨਰੰਗਾ ਆਵੇਗਾ ਅਤੇ ਉਹ ਗੰਗਾ ਨੂੰ ਲੈ ਜਾਵੇਗਾ। ਪਰ ਜੱਗਾ ਜੁਗਤੀ ਦੇ ਬਲਵੀਰੋ ਕਹਿੰਦੇ ਹਨ ਕਿ ਗੰਗਾ ਨੂੰ ਉਹ ਮਾਣ ਇੱਜ਼ਤ ਨਾਲ ਆਪਣੇ ਘਰ ਲੈ ਜਾਣਗੇ। ਤਾਂ ਇਸ ਸਮੇਂ ਗੰਗਾ ਸਾਹਮਣੇ ਆ ਕੇ ਭੰਤੀ ਨੂੰ ਕਹਿੰਦੀ ਹੈ ਕਿ ਉਹ ਵੀ ਇੱਕ ਇਨਸਾਨ ਹੈ, ਕਿ ਉਸ ਕੋਲ ਇੰਨਾ ਅਧਿਕਾਰ ਨਹੀਂ ਕਿ ਆਪਣੀ ਮਰਜ਼ੀ ਦੀ ਥਾਂ ਵਿਕ ਸਕੇ। ਭਾਵ ਉਹ ਚਾਹੁੰਦੀ ਹੈ ਕਿ ਵੀ ਉਹ ਨਰੰਗੇ ਦੇ ਕੋਲ ਨਹੀਂ ਜਾਣਾ ਚਾਹੁੰਦੀ, ਵੀ ਜਦੋਂ ਇਹ ਚਲੋ ਕਹਿ ਹੀ ਰਹੇ ਨੇ ਤਾਂ ਮੈਂ ਇਹਨਾਂ ਦੇ ਘਰ ਜਾ ਸਕਦੀ ਹਾਂ। ਤਾਂ ਇਸ ਤਰ੍ਹਾਂ ਉਹ ਉਸ ਨੂੰ ਰੋਂਦੀ ਹੋਈ ਤਰਲੇ ਨਾਲ ਕਹਿੰਦੀ ਕਿ ਉਸ ਦਾ ਇਹ ਅਧਿਕਾਰ ਨਾ ਖੋਵੇ, ਨਹੀਂ ਤਾਂ ਉਹ ਗੂੰਗਾ ਪੱਥਰ ਬਣ ਜਾਵੇਗੀ ਅਤੇ ਆਹਾਂ ਭਰਨ ਤੋਂ ਵੀ ਰਹਿ ਜਾਵੇਗੀ। ਤਾਂ ਇਹ ਕਹਿੰਦਿਆਂ ਉਹ ਢਹਿ ਪੈਂਦੀ ਹੈ ਅਤੇ ਪਸੀਜਿਆ ਹੋਇਆ ਭੰਤੀ ਉਸ ਨੂੰ ਪੁੱਛਦਾ ਹੈ ਕਿ ਉਹ ਕੀ ਚਾਹੁੰਦੀ ਹੈ। ਤਾਂ ਗੰਗਾ ਉਸ ਨੂੰ ਕਹਿੰਦੀ ਹੈ ਕਿ ਉਸ ਨੂੰ ਇਸ ਪਿੰਡ ਵਿੱਚੋਂ ਦੇਸ ਨਿਕਾਲਾ ਨਾ ਦੇਵੇ। ਉਸ ਨੂੰ 1 ਸਾਲ ਇੱਥੇ ਰਹਿੰਦੀ ਨੂੰ ਹੋ ਗਿਆ, ਤਾਂ ਇਸ ਤਰ੍ਹਾਂ ਇਸ ਨਗਰ ਦੇ ਨਾਲ ਇਸ ਦਾ ਪਿਆਰ ਪੈ ਗਿਆ। ਤਾਂ ਉਸਨੇ ਉਸਦੀ ਧੀ ਨੂੰ ਵੀ ਜਨਮ ਦਿੱਤਾ ਹੈ, ਇਸ ਕਰਕੇ ਉਸਦਾ ਵੀ ਇਸ ਪਿੰਡ ਦੇ ਉੱਤੇ ਹੱਕ ਹੈ। ਤਾਂ ਭੰਤੀ ਹੈ ਜਿਹੜਾ ਉਹ ਗੰਗਾ ਤੋਂ ਮਾਫ਼ੀ ਮੰਗ ਰਿਹਾ ਕਿ ਉਹ ਮਜਬੂਰ ਹੈ, ਕਿਉਂਕਿ ਉਸਨੇ ਲੋਕਾਂ ਦਾ ਬਹੁਤ ਕਰਜ਼ਾ ਦੇਣਾ ਹੈ। ਉਸਨੇ ਉਸ ਨੂੰ ਅੰਦਰਲੀ ਘਾਟ ਕਾਰਨ ਖਰੀਦਿਆ ਸੀ, ਪਰ ਬਾਹਰਲੇ ਪ੍ਰਭਾਵਾਂ ਦੇ ਦਬਾਅ ਕਰਕੇ ਉਸ ਨੂੰ ਵੇਚ ਰਿਹਾ ਹੈ। ਅਤੇ ਉਸ ਨੂੰ ਕਹਿੰਦਾ ਹੈ ਕਿ ਉਹ ਬਲਵੀਰੋ ਅਤੇ ਜੱਗੇ ਜੁਗਤੀ ਦੀ ਨੂੰਹ ਬਣ ਕੇ ਉਹਨਾਂ ਨਾਲ ਜਾਵੇ ਅਤੇ ਨਰੰਗੇ ਨਾਲ ਆਪੇ ਸਮਝ ਲਵੇਗਾ। ਤਾਂ ਇਸ ਤਰ੍ਹਾਂ ਭੰਤੀ ਰੋਣ ਰੋਕਣ ਦਾ ਯਤਨ ਕਰਦਾ ਅਤੇ ਗੰਗਾ ਉਸ ਨੂੰ ਕਹਿੰਦੀ ਹੈ ਕਿ ਉਹ ਆਪਣੀ ਧੀ ਸਾਹਮਣੇ ਉਸ ਨੂੰ ਪੜ੍ਹਾਵੇ ਲਿਖਾਵੇ। ਜੱਗਾ ਜੁਗਤੀ ਦੇ ਗੰਗਾ ਦੇ ਕਹਿਣ ਉੱਤੇ ਭੰਤੇ ਦੇ ਕਰਜ਼ੇ ਦਾ ਪ੍ਰਨੋਟ ਹੈ ਜਿਹੜਾ ਉਹ ਪਾੜ ਦਿੰਦਾ ਹੈ। ਤਾਂ ਅਗਲੇ ਦਿਨ ਬਲਵੀਰੋ ਇੱਕ ਟਰੰਕ ਵਿੱਚੋਂ ਕੁਝ ਨਵੇਂ ਕੱਪੜੇ ਅਤੇ ਗਹਿਣੇ
ਤਾਂ ਇੱਥੋਂ ਜਿਹੜਾ ਦੂਜਾ ਐਕਟ ਹੈ ਉਹ ਸ਼ੁਰੂ ਹੋ ਜਾਂਦਾ ਹੈ। ਤਾਂ ਇਹ ਐਕਟ ਬਲਵੀਰੋ ਦੇ ਘਰ ਨਾਲ ਸ਼ੁਰੂ ਹੁੰਦਾ ਹੈ। ਤਾਂ ਉੱਥੇ ਜਾ ਕੇ ਕਿਵੇਂ ਉਸ ਦੇ ਲਈ ਕੱਪੜੇ ਮਤਲਬ ਕਿ ਲਿਆਂਦੇ ਜਾਂਦੇ ਨੇ, ਉਸ ਨੂੰ ਨਵੇਂ ਕੱਪੜੇ ਪਹਿਨਾਏ ਜਾਂਦੇ ਨੇ। ਤਾਂ ਜੱਗਾ ਜੁਗਤੀ ਗੰਗਾ ਦਾ ਵਿਆਹ ਆਪਣੇ ਪੁੱਤਰ ਦਰਸ਼ਨ ਨਾਲ ਕਰਨ ਲਈ ਭਾਈ ਜੀ ਨਾਲ ਸਲਾਹ ਕਰਕੇ ਆਇਆ ਹੈ ਅਤੇ ਮੰਡੀਓਂ ਕੋਈ ਚੀਜ਼ ਵਸਤ ਲਈ ਜਾਣ ਦੀ ਤਿਆਰੀ ਕਰ ਰਿਹਾ ਹੈ। ਤਾਂ ਇੰਨੇ ਨੂੰ ਅਰਜਨ ਸਿੰਘ ਇੱਕ ਫੌਜੀ ਹੈ, ਉੱਥੇ ਆ ਜਾਂਦਾ ਹੈ ਕਿਉਂਕਿ ਉਸ ਦੀ ਪਤਨੀ ਮਰ ਚੁੱਕੀ ਹੈ ਅਤੇ ਉਸ ਦੀ ਕੋਈ ਔਲਾਦ ਨਹੀਂ। ਤਾਂ ਉਸ ਦੇ ਭਤੀਜੇ ਨੇ ਜਿਹੜੇ ਉਹ ਉਸ ਦੇ ਘਰ ਦੇ ਉੱਤੇ ਆਪਣਾ ਹੱਕ ਜਮਾਉਣਾ ਚਾਹੁੰਦੇ ਨੇ, ਪਰ ਅਰਜਨ ਚਾਹੁੰਦਾ ਹੈ ਕਿ ਜਦੋਂ ਉਸ ਦੇ ਭਤੀਜੇ ਨੇ ਜਿਹੜੇ ਉਸ ਦੀ ਦੇਖਭਾਲ ਨਹੀਂ ਕਰ ਰਹੇ ਤਾਂ ਉਹ ਉਹਨਾਂ ਨੂੰ ਆਪਣੀ ਜ਼ਮੀਨ ਜਾਇਦਾਦ ਜਾਂ ਘਰ ਨਹੀਂ ਦੇਵੇਗਾ। ਤਾਂ ਉਹ ਜੱਗੇ ਜੁਗਤੀ ਕੋਲ ਵੀ ਇੱਕ ਤੀਵੀਂ ਦੀ ਭਾਲ ਦੇ ਲਈ ਆਉਂਦਾ ਹੈ ਕਿ ਉਸ ਨੂੰ ਵੀ ਇੱਕ ਮੁੱਲ ਦੀ ਤੀਵੀਂ ਹੈ ਜਿਹੜੀ ਉਹ ਲਿਆਂਦੀ ਜਾਵੇ ਤਾਂ ਕਿ ਉਹ ਆਪਣਾ ਘਰ ਵਸਾ ਸਕੇ। ਤਾਂ ਇਸ ਤਰ੍ਹਾਂ ਉਹ ਉਹਨਾਂ ਦੇ ਜਾਣ ਮਗਰੋਂ ਜੱਗਾ ਜੁਗਤੀ ਪਰਸੋਂ ਨੂੰ ਉਹਨਾਂ ਕੋਲ ਜਾਣ ਦਾ ਇਕਰਾਰ ਕਰਦਾ ਕਿ ਹਾਂ ਉਹ ਤੇਰੇ ਲਈ ਤੀਵੀਂ ਦਾ ਪ੍ਰਬੰਧ ਕਰੇਗਾ। ਅਤੇ ਉਹਨਾਂ ਦੇ ਜਾਣ ਮਗਰੋਂ ਦਰਸ਼ਨ ਆਉਂਦਾ ਹੈ ਅਤੇ ਬਲਵੀਰੋ ਨੂੰ ਚਾਚੀ ਗੰਗਾ ਦੇ ਆਪਣੇ ਘਰ ਆਉਣ ਬਾਰੇ ਪੁੱਛਦਾ ਹੈ। ਬਲਵੀਰੋ ਕਹਿੰਦੀ ਹੈ ਕਿ ਹੁਣ ਉਸ ਦੀ ਚਾਚੀ ਨਹੀਂ ਰਹੀ, ਸਗੋਂ ਉਸ ਦੇ ਘਰ ਵਾਲੀ ਹੈ। ਤਾਂ ਉਸ ਤਰ੍ਹਾਂ ਉਹ ਦੱਸਦੀ ਹੈ ਕਿ ਬੇਸ਼ੱਕ ਭੰਤੀ ਉਸ ਨੂੰ ਬਹੁਤ ਪਿਆਰ ਕਰਦਾ ਸੀ, ਪਰ ਭੁੱਖੀ ਮਰਦੀ ਉਸ ਦਾ ਘਰ ਛੱਡ ਆਈ। ਉਸਨੇ ਦੱਸਿਆ ਕਿ ਉਹ ਉਸ ਦੀ ਬਹੂ ਬਣਨ ਦੀ ਤਿਆਰੀ ਕਰ ਇਹਨੂੰ ਜੱਗਾ ਜੁਗਤੀ ਵੀ ਉੱਥੇ ਆ ਜਾਂਦਾ ਅਤੇ ਉਸ ਦੇ ਮੰਗਣ 'ਤੇ ਬਲਵੀਰੋ ਉਸ ਨੂੰ ਕੁਝ ਨੋਟ ਲਿਆ ਕੇ ਦਿੰਦੀ ਹੈ ਅਤੇ ਉਹ ਘਰੋਂ ਚਲਾ ਜਾਂਦਾ। ਤਾਂ ਇਸ ਤਰ੍ਹਾਂ ਉਸ ਦੇ ਹਾਰ ਸ਼ਿੰਗਾਰ ਦਾ ਸਮਾਨ ਉਹ ਬਾਹਰੋਂ ਲੈ ਕੇ ਆਉਂਦੀ ਹੈ ਅਤੇ ਉਸ ਨੂੰ ਦਰਸ਼ਨ ਕੋਲ ਛੱਡ ਕੇ ਆਪ ਕੰਮ ਧੰਦਾ ਕਰਨ ਲੱਗ ਪੈਂਦੀ ਹੈ। ਗੰਗਾ ਦੀ ਸੁੰਦਰਤਾ ਦੀ ਤਾਰੀਫ ਕਰਦਾ ਹੈ ਅਤੇ ਉਸ ਨੂੰ ਰੋਂਦੀ ਨੂੰ ਦੇਖ ਕੇ ਕਹਿੰਦਾ ਹੈ ਕਿ ਹੁਣ ਉਹ ਰੋਇਆ ਨਾ ਕਰੇ। ਤਾਂ ਗੰਗਾ ਉਸ ਨੂੰ ਕਹਿੰਦੀ ਹੈ ਕਿ ਉਸ ਦੇ ਹਾਸੇ ਤਾਂ ਉਸ ਦੇ ਪਿੰਡ ਦੇ ਖੇਤਾਂ ਦੇ ਵਿੱਚ ਰਹਿ ਗਏ ਨੇ ਜਿੱਥੇ ਉਹ ਬੱਕਰੀਆਂ ਚਾਰਦੀ ਹੁੰਦੀ ਸੀ ਅਤੇ ਉੱਥੇ ਜਮਨਾ ਨਾਂ ਦਾ ਇੱਕ ਮੁੰਡਾ ਸੀ ਜੋ ਕਿ ਉਸ ਦਾ ਮੰਗੇਤਰ ਸੀ। ਤਾਂ ਉਹ ਉਸ ਨੂੰ ਆਪਣੇ ਉਸ ਪੁਰਾਣੀਆਂ ਯਾਦਾਂ ਬਾਰੇ ਦੱਸਦੀ ਹੈ ਕਿ ਕਿਸ ਤਰ੍ਹਾਂ ਉਸ ਦੇ ਪਿੰਡ ਦੇ ਵਿੱਚ ਉਹ ਕੀ ਕਰਦੀ ਸੀ ਅਤੇ ਫਿਰ ਉਸ ਦਾ ਉਹ ਮੰਗੇਤਰ ਹੈ ਜਿਹੜਾ ਉਹ ਬਹੁਤ ਸੋਹਣੀ ਬੰਸਰੀ ਵਜਾਉਂਦਾ ਸੀ। ਤਾਂ ਉਹ ਬੰਸਰੀ ਦੀ ਧੁਨ ਦੇ ਵਿੱਚ ਗਵਾਚ ਜਾਂਦੀ ਸੀ। ਜਦੋਂ ਬੰਸਰੀ ਬੰਦ ਹੁੰਦੀ ਸੀ ਤਾਂ ਉਸਦਾ ਜਮਨਾ ਉਸਦੇ ਸਾਹਮਣੇ ਹਾਸਾ ਖਿਲਾਰ ਰਿਹਾ ਹੁੰਦਾ ਸੀ। ਤਾਂ ਉਹ ਆਪਣੀਆਂ ਸਹੇਲੀਆਂ ਦੇ ਨਾਲ ਜਾਂਦੀ ਸੀ। ਤਾਂ ਇੱਕ ਦਿਨ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਦੀ ਮਾਂ ਛੱਤ ਤੋਂ ਡਿੱਗ ਪਈ। ਪਰ ਜਦੋਂ ਉਹ ਘਰ ਆਉਂਦੀ ਹੈ ਤਾਂ ਘਰ ਆ ਕੇ ਦੇਖਦੀ ਹੈ ਕਿ 3-4 ਪੰਜਾਬੀ ਡਰਾਈਵਰਾਂ ਵਰਗੇ ਬੰਦੇ ਉੱਥੇ ਬੈਠੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ ਭੰਤੀ ਵੀ ਹੁੰਦਾ ਹੈ। ਤਾਂ ਇਹ ਭੰਤੀ ਉਸ ਨੂੰ ਉੱਥੋਂ ਖਰੀਦ ਕੇ ਲੈ ਆਉਂਦਾ ਹੈ। ਤਾਂ ਦਰਸ਼ਨ ਉਸ ਨੂੰ ਬੜੀ ਹਮਦਰਦੀ ਨਾਲ ਕਹਿੰਦਾ ਹੈ ਕਿ ਉਹ ਉਸ ਦੇ ਗੁਆਚੇ ਹਾਸਿਆਂ ਨੂੰ ਵਾਪਸ ਲੈ ਕੇ ਆਵੇਗਾ। ਤਾਂ ਕੱਲ੍ਹ ਨੂੰ ਉਹਨਾਂ ਦਾ ਆਨੰਦ ਕਾਰਜ ਹੋਵੇਗਾ। ਤਾਂ ਕੁਝ ਸਮੇਂ ਮਗਰੋਂ ਚੜ੍ਹਦੇ ਚੇਤ ਮਹੀਨੇ ਵਿੱਚ ਬਲਵੀਰੋ ਦਰਸ਼ਨ ਨੂੰ ਆਪਣੇ ਨਾਲ ਬਾਬਾ ਵਲਾਕੀ ਨਾਥ ਦੇ ਡੇਰੇ ਚੱਲਣ ਲਈ ਕਹਿੰਦੀ ਹੈ, ਪਰ ਉਹ ਕਹਿੰਦਾ ਹੈ ਕਿ ਉਹ ਪਹਿਲਾਂ ਉਸ ਦਾ ਨਾਲਾ ਬੰਨ੍ਹੇ ਕਿਉਂਕਿ ਉਹ ਸਿੱਧੜ ਹੈ, ਉਸ ਨੂੰ ਕੁਛ ਵੀ ਨਹੀਂ ਆਉਂਦਾ। ਤਾਂ ਪੈਸੇ ਦੇ ਜ਼ੋਰ ਦੇ ਨਾਲ ਉਹ ਗੰਗਾ ਨੂੰ ਉਹਨਾਂ ਦੇ ਘਰੋਂ ਲੈ ਆਉਂਦੇ ਨੇ। ਤਾਂ ਬਲਵੀਰੋ ਉਸ ਨੂੰ ਕਹਿੰਦੀ ਹੈ ਕਿ ਤੂੰ ਹੁਣ ਆਪਣੀ ਘਰਵਾਲੀ ਤੋਂ ਹੀ ਨਾਲਾ ਬਣਵਾਇਆ ਕਰ। ਤਾਂ ਇਸ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਸ ਗੰਗਾ ਦੀ ਜਿਹੜੀ ਜਵਾਨੀ ਹੈ ਉਹ ਰੁਲ ਜਾਂਦੀ ਹੈ। ਪਹਿਲਾਂ ਉਹ ਬੁੱਢੇ ਨਾਲ ਵਿਆਹੀ ਜਾਂਦੀ ਹੈ 40 ਸਾਲਾਂ ਦੇ ਭੰਤੀ ਨਾਲ, ਅਤੇ ਫਿਰ ਉਹ ਇੱਕ ਸਿੱਧੜ ਮੁੰਡੇ ਨਾਲ ਵਿਆਹੀ ਜਾਂਦੀ ਹੈ। ਤਾਂ ਇਸ ਤਰ੍ਹਾਂ ਉਹ ਉਸਦੇ ਖਾਸੇ ਨੇ ਜਿਹੜੇ ਹੁਣ ਗਵਾਚ ਚੁੱਕੇ ਨੇ। ਤਾਂ ਫਿਰ ਉਸ ਨੂੰ ਦੱਸਦਾ ਕਿਸ ਤਰ੍ਹਾਂ ਉੱਥੋਂ ਦੇ ਇੱਕ ਮੁੰਡੇ ਦੀ ਬੰਸਰੀ ਸੁਣ ਕੇ ਉਹ ਹੱਸਦੀ ਸੰਗਦੀ ਅਤੇ ਕਮਲੀ ਹੋ ਜਾਂਦੀ। ਤਾਂ ਜਿਹੜੀਆਂ ਗੱਲਾਂ ਉਹ ਗੰਗਾ ਉਸ ਨੂੰ ਸੁਣਾਉਂਦੀ ਹੈ, ਦਰਸ਼ਨ ਨੂੰ ਦੱਸਦੀ ਹੈ, ਤਾਂ ਉਹ ਹੀ ਗੱਲਾਂ ਉਹ ਬਲਵੀਰੋ ਨੂੰ ਦੱਸ ਦਿੰਦਾ ਹੈ। ਤਾਂ ਇਹ ਸੁਣ ਕੇ ਬਲਵੀਰੋ ਗੰਗਾ ਨੂੰ ਡਾਂਟਦੀ ਹੈ ਕਿ ਉਹ ਆਪਣੇ ਦੇਸ਼ ਦੇ ਸੁਪਨੇ ਲੈਣੇ ਬੰਦ ਕਰ ਦੇਵੇ, ਨਹੀਂ ਤਾਂ ਉਸ ਨਾਲ ਬੁਰੀ ਤਰ੍ਹਾਂ ਪੇਸ਼ ਆਵੇਗੀ। ਦਰਸ਼ਨ ਉਸ ਨੂੰ ਗੰਗਾ ਨਾਲ ਖਰਬਾ ਬੋਲਣ ਤੋਂ ਰੋਕਦਾ ਹੈ, ਪਰ ਬਲਵੀਰੋ ਉਸ ਨੂੰ ਦਬਾਉਂਦੀ ਹੈ ਅਤੇ ਨਾਲ ਹੀ ਗੰਗਾ ਨੂੰ ਮੁੜ ਤਾੜਨਾ ਸ਼ੁਰੂ ਕਰ ਦਿੰਦੀ ਹੈ। ਤਾਂ ਉਸਨਾਂ ਦੇ ਜਾਣ ਮਗਰੋਂ ਜੱਗਾ ਜੁਗਤੀ ਇਹ ਦੇਖ ਕੇ ਕੋਈ ਨੇੜੇ ਤੇੜੇ ਨਹੀਂ ਗੰਗਾ ਨੂੰ ਉਸਦੀ ਉਦਾਸੀ ਦਾ ਕਾਰਨ ਪੁੱਛਦਾ ਹੈ। ਤਾਂ ਉਸ ਦੇ ਨਾਲ ਬੜੀ ਹੀ ਬਦਤਮੀਜ਼ੀ ਨਾਲ ਪੇਸ਼ ਆਉਂਦਾ ਹੈ। ਤਾਂ ਜੱਗੇ ਜੁਗਤੀ ਦੀ ਇਸ ਚਾਲ ਨੂੰ ਉਹ ਸਮਝ ਜਾਂਦੀ। ਤਾਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਕਹਿੰਦਾ ਹੈ ਕਿ ਹੁਣ ਪੈਰ ਨਾ ਛੂਹਿਆ ਕਰੇ ਕਿਉਂਕਿ ਇਹ ਪੁਰਾਣੇ ਜ਼ਮਾਨੇ ਦੀਆਂ ਤੀਵੀਆਂ ਦੀਆਂ ਗੱਲਾਂ ਨੇ। ਤਾਂ ਜਦੋਂ ਉਹ ਚਲਿਆ ਜਾਂਦਾ ਹੈ ਤਾਂ ਗੰਗਾ ਨੂੰ ਸਭ ਕੁਝ ਚੰਗਾ ਲੱਗਦਾ ਹੈ। ਤਾਂ ਇੱਕ ਦਿਨ ਜਮਨਾ ਉੱਥੇ ਆ ਜਾਂਦਾ ਹੈ। ਤਾਂ ਜਮਨੇ ਨੂੰ ਉਹ ਕਹਿੰਦੀ ਹੈ ਕਿ ਤੂੰ
ਉਸ ਦੇ ਸਹੁਰੇ ਨਾਲ ਇਹ ਗੱਲ ਕਰੀ ਅਤੇ ਨਾਲੇ ਇਹ ਵੀ ਕਹਿ ਦੇਈਂ ਕਿ ਪਹਿਲਾਂ ਅਸੀਂ ਛੋਟੀ ਬੀਬੀ ਕੋਲ ਆਈ ਸੀ, ਉਸ ਨੇ ਮੈਨੂੰ ਕੁਝ ਵੀ ਨਹੀਂ ਦੱਸਿਆ ਜਾਂ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ, ਤਾਂ ਉਸ ਨੂੰ ਉਸਦਾ ਜਾਮਨਾ ਵੀ ਜਿਹੜਾ ਉਹ ਮਿਲ ਜਾਂਦਾ ਹੈ। ਤਾਂ ਇਸ ਤਰ੍ਹਾਂ ਜਾਮਨਾ ਉਹਨਾਂ ਦੇ ਘਰ ਖੇਤਾਂ ਦੇ ਵਿੱਚ ਕੰਮ ਕਰਨ ਲੱਗ ਜਾਂਦਾ ਹੈ। ਤਾਂ ਹੁਣ ਗੰਗਾ ਹੈ ਜਿਹੜੀ ਉਹ ਬਹੁਤ ਖੁਸ਼ ਰਹਿਣ ਲੱਗ ਜਾਂਦੀ ਹੈ, ਕਿਉਂਕਿ ਉਸਦਾ ਮੰਗੇਤਰ ਉਸ ਨੂੰ ਮਿਲ ਜਾਂਦਾ ਹੈ। ਤਾਂ ਜਮਨਾ ਦੇ ਜਾਣ ਮਤਾ ਇੱਕ ਦਿਨ ਕੀ ਹੈ ਕਿ ਜਮਨਾ ਦੇ ਜਾਣ ਮਗਰੋਂ ਉਹ ਗੰਗਾ ਤੋਂ ਪਾਣੀ ਅਤੇ ਖਾਲੀ ਗਲਾਸ ਮੰਗਦਾ ਹੈ। ਜਦੋਂ ਪਾਣੀ ਦੀ ਗੜਵੀ ਅਤੇ ਕੱਚ ਦਾ ਗਲਾਸ ਲੈ ਕੇ ਆਉਂਦੀ ਹੈ ਤਾਂ ਉਸ ਵੱਲ ਕਨੱਖਾ ਝਾਕਦਾ ਹੈ, ਤਾਂ ਉਸੇ ਤਰ੍ਹਾਂ ਹੀ ਬਦਤਮੀਜ਼ੀ ਦੇ ਨਾਲ ਉਹ ਉਸ ਦੇ ਨਾਲ ਪੇਸ਼ ਆਉਂਦਾ ਹੈ। ਤਾਂ ਫਿਰ ਉਸ ਦੇ ਮੰਗਣ ਉੱਤੇ ਜਦੋਂ ਗੰਗਾ ਉਸ ਨੂੰ ਅਚਾਰ ਦੀ ਕੌਲੀ ਦੇਣ ਜਾਂਦੀ ਹੈ ਤਾਂ ਉਸ ਨਾਲ ਉਹ ਤਾਂ ਧੱਕਾ ਕਰਦਾ ਹੈ ਜਾਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਹੈ। ਤਾਂ ਇਸ ਤਰ੍ਹਾਂ ਤਾਂ ਅਰਜਨ ਵੀ ਉੱਥੇ ਆ ਜਾਂਦਾ। ਅਰਜਨ ਦੇ ਜਾਣ ਮਗਰੋਂ ਜੱਗਾ ਜੁਗਤੀ ਹੋਰ ਸ਼ਰਾਬ ਪੀਂਦਾ ਹੈ ਤਾਂ ਗੰਗਾ ਆ ਜਾਂਦੀ ਹੈ। ਤਾਂ ਉਸੇ ਤਰ੍ਹਾਂ ਉਹ ਗੰਗਾ ਨੂੰ ਦੁਬਾਰਾ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦੀ ਹੈ। ਤਾਂ ਜਿਹੜੀ ਗੰਗਾ ਹੈ ਉਸ ਤੋਂ ਛੁੱਟ ਕੇ ਜਦੋਂ ਬਾਹਰ ਆਉਂਦੀ ਹੈ ਤਾਂ ਬਾਹਰ ਆ ਕੇ ਉਹ ਜਮਨਾ ਪੁਕਾਰ ਦਿੰਦੀ ਹੈ। ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਮਤਲਬ ਕਿ ਜਮਨਾ ਹੈ ਜਿਹੜਾ ਇਸ ਦਾ ਮੰਗੇਤਰ ਹੈ ਜਾਂ ਇਸ ਨੇ ਹੀ ਕੋਈ ਚਾਲ ਨਾਲ ਇਸ ਨੂੰ ਕੰਮ 'ਤੇ ਰੱਖਿਆ ਸੀ। ਤਾਂ ਉਹ ਉਸ ਨੂੰ ਸੋਟੀ ਮਾਰ ਕੇ ਜਮਨੇ ਨੂੰ ਉੱਥੇ ਹੀ ਮਾਰ ਦਿੰਦਾ ਹੈ ਅਤੇ ਉਹ ਉਸ ਗੰਗਾ ਨੂੰ ਅੱਗੇ ਅਰਜਨ ਸਿੰਘ ਫੌਜੀ ਕੋਲ ਵੇਚ ਦਿੰਦਾ ਹੈ। ਤਾਂ ਉਹ ਗੰਗਾ ਕਿਸ ਤਰ੍ਹਾਂ ਅਰਜਨ ਸਿੰਘ ਫੌਜੀ ਦੇ ਭਤੀਜਿਆਂ ਦਾ ਮੁਕਾਬਲਾ ਕਰਦੀ ਹੋਈ ਅੰਤ ਦੇ ਵਿੱਚ ਜੇਲ੍ਹ ਦੇ ਵਿੱਚ ਚਲੀ ਜਾਂਦੀ ਹੈ, ਕਿਉਂਕਿ ਤਾਂ ਇੱਥੇ ਇਸ ਘਰ ਆ ਕੇ ਉਹ ਗਰਭਵਤੀ ਹੈ ਅਤੇ ਰੋਜ਼ ਪਾਠ ਵੀ ਕਰਦੀ ਹੈ। ਤਾਂ ਹਰ ਰੋਜ਼ ਚੰਡੀ ਦੀ ਵਾਰ ਦਾ ਪਾਠ ਕਰਦੀ ਹੈ, ਜਿਵੇਂ ਪੇਟ ਵਿੱਚ ਜਗਦੇ ਦੀਵੇ ਨੂੰ ਆਉਂਦੇ ਤੂਫਾਨਾਂ ਤੋਂ ਬਚਾਉਣ ਦਾ ਯਤਨ ਕਰ ਰਹੀ ਹੋਵੇ। ਅਤੇ ਅੰਤ ਦੇ ਵਿੱਚ ਅਰਜਨ ਦੇ ਭਤੀਜਿਆਂ ਨੂੰ ਮਾਰ ਕੇ ਜੇਲ੍ਹ ਦੇ ਵਿੱਚ ਚਲੀ ਜਾਂਦੀ ਹੈ। ਤਾਂ ਉਹ ਚੰਡੀ ਦਾ ਰੂਪ ਧਾਰ ਕੇ ਉਸ ਅਰਜਨ ਦੇ ਭਤੀਜਿਆਂ ਦਾ ਮੁਕਾਬਲਾ ਕਰਦੀ ਹੈ ਅਤੇ ਉਹਨਾਂ ਨੂੰ ਮਾਰ ਦਿੰਦੀ ਹੈ। ਤਾਂ ਇਸ ਤਰ੍ਹਾਂ ਇਸ ਔਰਤ ਦੀ ਤਰਾਸਦੀ ਦਾ ਇਸ ਨਾਟਕ ਦੇ ਵਿੱਚ ਵਰਣਨ ਕੀਤਾ ਗਿਆ। ਉਹ ਕਿਸ ਤਰ੍ਹਾਂ ਦੇ ਦੁੱਖ ਸਹਿੰਦੇ ਹੋਏ ਅੰਤ ਨੂੰ ਜੇਲ੍ਹ ਦੇ ਵਿੱਚ ਪਹੁੰਚ ਜਾਂਦੀ ਹੈ। ਥੈਂਕ ਯੂ।